ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਹਮਦਰਦ ਟੀਵੀ ਅਤੇ ਮੈਂ ਉਪਜੀਤ ਸਿੰਘ ਲੈ ਕੇ ਹਾਜ਼ਰ ਹਾਂ ਦੇਸ਼ ਦੁਨੀਆ ਬੁਲੇਟਿਨ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਤੇ। ਕੈਨੇਡਾ ਵਿੱਚ ਪਨਾਹ ਮੰਗਣ ਵਾਲੇ ਹਰ ਸ਼ਖਸ ਦਾ ਦਾਅਵਾ ਹੋਵੇਗਾ ਕਬੂਲ। ਲਿਬਰਲ ਸਰਕਾਰ ਦੇ ਬਣਨ ਤੋਂ ਪਹਿਲਾਂ ਨਿਯਮ ਕੀਤੇ ਨਰਮ। ਕੈਨੇਡਾ ਵਿੱਚ ਸਿਰ ਚੁੱਕ ਰਹੀ ਹੈ ਨਵੀਂ ਅਤੇ ਗੰਭੀਰ ਸਮੱਸਿਆ। ਵੈਕਸੀਨ ਲਗਵਾ ਚੁੱਕੇ ਅਤੇ ਅਨਵੈਕਸੀਨੇਟਡ ਲੋਕਾਂ ਵਿਚਾਲੇ ਪੈਦਾ ਹੋਇਆ ਟਕਰਾਅ। ਮੁੱਖ ਮੰਤਰੀ ਦੇ ਹੁਕਮਾਂ ਦੀ ਕਿਸੇ ਨੂੰ ਨਹੀਂ ਪਰਵਾਹ। ਸੁਰੱਖਿਆ ਘਟਾਉਣ ਲਈ ਚਰਨਜੀਤ ਸਿੰਘ ਚੰਨੀ ਵੱਲੋਂ ਤੀਜੀ ਵਾਰ ਆਦੇਸ਼ ਜਾਰੀ। ਤੇ ਹੁਣ ਖਬਰਾਂ ਵਿਸਤਾਰ ਨਾਲ। ਕੈਨੇਡਾ ਵਿੱਚ ਲਿਬਰਲ ਸਰਕਾਰ ਦੇ ਮੁੜ ਸੱਤਾ ਸੰਭਾਲਣ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਸ਼ਰਤਾਂ ਨਰਮ ਕਰਨ ਦਾ ਦੌਰ ਸ਼ੁਰੂ ਹੋ ਗਿਆ ਹੈ ਅਤੇ ਸਿਰਫ ਵਿਤਕਰਾ ਹੋਣ ਦਾ ਦਾਅਵਾ ਕਰਕੇ ਕੋਈ ਵੀ ਵਿਦੇਸ਼ੀ ਕੈਨੇਡਾ ਵਿੱਚ ਪਨਾਹ ਮੰਗ ਸਕਦਾ ਹੈ। ਟੋਰਾਂਟੋ ਸਨ ਦੀ ਰਿਪੋਰਟ ਮੁਤਾਬਕ ਹੁਣ ਪਨਾਹ ਮੰਗਣ ਵਾਲਿਆਂ ਨੂੰ ਆਪਣੇ ਜੱਦੀ ਮੁਲਕ ਵਿੱਚ ਜਾਨ ਦਾ ਖਤਰਾ ਹੋਣ ਦੀ ਗੱਲ ਸਾਬਤ ਨਹੀਂ ਕਰਨੀ ਹੋਵੇਗੀ ਅਤੇ ਨਾ ਹੀ ਸੰਯੁਕਤ ਰਾਸ਼ਟਰ ਵੱਲੋਂ ਤੈਅ ਰਿਫਿਊਜੀ ਦੀ ਪਰਿਭਾਸ਼ਾ ਮੁਤਾਬਕ ਆਪਣੇ ਆਪ ਨੂੰ ਪਨਾਹ ਦਾ ਹੱਕਦਾਰ ਸਾਬਤ ਕਰਨਾ ਹੋਵੇਗਾ। ਇਮੀਗ੍ਰੇਸ਼ਨ ਅਫਸਰਾਂ ਅਤੇ ਜੱਜਾਂ ਦੀ ਮੁੱਖ ਜ਼ਿੰਮੇਵਾਰੀ ਇਹ ਪਤਾ ਕਰਨ ਦੀ ਹੋਵੇਗੀ ਕਿ ਦਾਅਵਾ ਕਰਨ ਵਾਲਾ ਸੱਚ ਬੋਲ ਰਿਹਾ ਹੈ ਜਾਂ ਝੂਠ। ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਦੇ ਚੇਅਰਪਰਸਨ ਅਤੇ ਮੁੱਖ ਕਾਰਜਕਾਰੀ ਅਫਸਰ ਰਿਚਰਡ ਵੈਕਸ ਵੱਲੋਂ 20 ਸਤੰਬਰ ਨੂੰ ਭੇਜੀ ਇੱਕ ਈਮੇਲ ਵਿੱਚ ਸ਼ਰਤਾਂ ਨਰਮ ਕਰਨ ਦਾ ਜ਼ਿਕਰ ਕੀਤਾ ਗਿਆ ਹੈ। ਨਵੀਆਂ ਹਦਾਇਤਾਂ ਮੁਤਾਬਕ ਇਮੀਗ੍ਰੇਸ਼ਨ ਅਤੇ ਰਿਫਿਊਜੀ ਦਾਅਵਿਆਂ ਦੇ ਫੈਸਲੇ ਕਰਨ ਵਾਲੇ ਅਧਿਕਾਰੀਆਂ ਅਤੇ ਜੱਜਾਂ ਨੂੰ ਕਿਹਾ ਗਿਆ ਕਿ ਇੰਟਰਸੈਕਸ਼ਨਲ ਦਾਅਵਾ ਕਰਨ ਵਾਲਿਆਂ ਦੀ ਅਰਜ਼ੀ ਪ੍ਰਵਾਨ ਕਰ ਲਈ ਜਾਵੇ। ਇੰਟਰਸੈਕਸ਼ਨਲ ਸ਼ਬਦ ਨੂੰ ਪਰਿਭਾਸ਼ਿਤ ਕਰਦਿਆਂ ਕਿਹਾ ਗਿਆ ਹੈ ਕਿ ਜੇ ਕਿਸੇ ਸ਼ਖਸ ਨੂੰ ਨਸਲ, ਧਰਮ, ਸਮਾਜਿਕ ਆਰਥਿਕ ਰੁਤਬੇ, ਸਿਆਸੀ ਵਿਚਾਰਧਾਰਾ ਅਤੇ ਸੱਭਿਆਚਾਰ ਵਿੱਚੋਂ ਕਿਸੇ ਵੀ ਆਧਾਰ ਤੇ ਧੱਕੇਸ਼ਾਹੀ ਜਾਂ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਪਨਾਹ ਦਾ ਦਾਅਵਾ ਕਰ ਸਕਦਾ ਹੈ। ਪਨਾਹ ਮੰਗਣ ਵਾਲਿਆਂ ਨੂੰ ਸਿਰਫ ਇੰਨਾ ਸਾਬਤ ਕਰਨਾ ਹੋਵੇਗਾ ਕਿ ਉਹਨਾਂ ਨੂੰ ਗਰੀਬ ਹੋਣ ਜਾਂ ਵੱਖਰੀ ਸਿਆਸੀ ਵਿਚਾਰਧਾਰਾ ਰੱਖਣ ਕਾਰਨ ਸਬੰਧਤ ਮੁਲਕ ਦੇ ਹੁਕਮਰਾਨ ਜਾਂ ਤਾਕਤਵਰ ਧਿਰ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਚੇਅਰਪਰਸਨ ਰਿਚਰਡ ਵੈਕਸ ਨੇ ਆਪਣੇ ਸਟਾਫ ਨੂੰ ਹਦਾਇਤ ਦਿੱਤੀ ਹੈ ਕਿ ਕਈ ਵਾਰ ਪਨਾਹ ਦਾ ਦਾਅਵਾ ਕਰਨ ਵਾਲਿਆਂ ਵੱਲੋਂ ਆਪਣੇ ਨਾਲ ਵਾਪਰੇ ਘਟਨਾਕ੍ਰਮ ਬਾਰੇ ਸਹੀ ਜਾਣਕਾਰੀ ਇਕੱਤਰ ਕਰਨੀ ਸੰਭਵ ਨਹੀਂ ਹੁੰਦੀ। ਅਜਿਹੇ ਵਿੱਚ ਉਸ ਸ਼ਖਸ ਵੱਲੋਂ ਕੀਤੇ ਦਾਅਵੇ ਨੂੰ ਝੂਠ ਨਹੀਂ ਮੰਨਿਆ ਜਾ ਸਕਦਾ। ਹੋ ਸਕਦਾ ਹੈ ਕਿ ਮਾਨਸਿਕ ਪਰੇਸ਼ਾਨੀਆਂ ਕਰਕੇ ਉਹ ਆਪਣੇ ਨਾਲ ਹੋਈਆਂ ਵਧੀਕੀਆਂ ਬਾਰੇ ਸਹੀ ਤਰੀਕੇ ਨਾਲ ਜਾਣਕਾਰੀ ਨਾ ਦੇ ਸਕਦਾ ਹੋਵੇ। ਸਟਾਫ ਅਤੇ ਜੱਜਾਂ ਨੂੰ ਖਾਸ ਤੌਰ ਤੇ ਕਿਹਾ ਗਿਆ ਹੈ ਕਿ ਅਜਿਹੇ ਬਿਨੇਕਾਰਾਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਚੇਤੇ ਰਹੇ ਕਿ ਇਸ ਵੇਲੇ 300 ਜੱਜਾਂ ਵਿੱਚੋਂ 22 ਦੁਆਰਾ ਆਪਣੇ ਸਾਹਮਣੇ ਆਏ ਪਨਾਹ ਦੇ ਹਰ ਦਾਅਵੇ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ, ਜਦਕਿ ਮੁਲਕ ਵਿੱਚ ਔਸਤ ਪ੍ਰਵਾਨਗੀ ਦਰ 70% ਦੱਸੀ ਜਾ ਰਹੀ ਹੈ। ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦੀਆਂ ਅਰਜ਼ੀਆਂ ਦਾ ਨਿਪਟਾਰਾ ਔਸਤ ਆਧਾਰ ਤੇ 2 ਸਾਲ ਦੇ ਅੰਦਰ ਹੋ ਜਾਂਦਾ ਹੈ ਅਤੇ ਇਸ ਦੌਰਾਨ ਉਹਨਾਂ ਦੇ ਮੈਡੀਕਲ ਖਰਚੇ ਅਤੇ ਕਈ ਵਾਰ ਰਹਿਣ ਸਹਿਣ ਦਾ ਖਰਚਾ ਵੀ ਸਰਕਾਰ ਬਰਦਾਸ਼ਤ ਕਰਦੀ ਹੈ। ਪਰ ਹੁਣ ਕਿਸੇ ਵੀ ਬਿਨੇਕਾਰ ਦਾ ਦਾਅਵਾ ਰੱਦ ਹੋਣ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਵੇਗੀ। ਬਿਊਰੋ ਰਿਪੋਰਟ ਹਮਦਰਦ ਟੀਵੀ। ਅਗਲੀ ਖਬਰ ਕੈਨੇਡਾ ਵਿੱਚ ਸਮਾਜਿਕ ਰੇੜਕਾ ਪੈਦਾ ਕਰ ਰਹੀ ਸਮੱਸਿਆ ਨਾਲ ਸੰਬੰਧਿਤ ਹੈ। ਕੈਨੇਡਾ ਵਿੱਚ ਇੱਕ ਨਵੀਂ ਅਤੇ ਗੰਭੀਰ ਸਮੱਸਿਆ ਸਿਰ ਚੁੱਕ ਰਹੀ ਹੈ। ਜੀ ਹਾਂ, ਕੋਰੋਨਾ ਵੈਕਸੀਨ ਦੇ ਟੀਕੇ ਲਗਵਾ ਚੁੱਕੇ ਅਤੇ ਵੈਕਸੀਨੇਸ਼ਨ ਦੇ ਵਿਰੋਧੀਆਂ ਵਿਚਾਲੇ ਦੁਸ਼ਮਣੀ ਦੀ ਅੱਗ ਅੰਦਰੋਂ ਅੰਦਰੀ ਸੁਲਗਣੀ ਸ਼ੁਰੂ ਹੋ ਗਈ ਹੈ। ਟੋਰਾਂਟੋ ਸਟਾਰ ਵੱਲੋਂ ਪ੍ਰਕਾਸ਼ਿਤ ਇੱਕ ਸਰਵੇਖਣ ਮੁਤਾਬਕ 4 ਵਿੱਚੋਂ 3 ਕੈਨੇਡੀਅਨ ਟੀਕੇ ਨਾ ਲਗਵਾਉਣ ਵਾਲਿਆਂ ਪ੍ਰਤੀ ਬੇਹੱਦ ਨਾਪੱਖੀ ਰਵੱਈਆ ਰੱਖਦੇ ਨੇ, ਜਦਕਿ ਦੂਜੇ ਪਾਸੇ ਵੈਕਸੀਨੇਸ਼ਨ ਦੇ ਵਿਰੋਧੀਆਂ ਵੱਲੋਂ ਹਸਪਤਾਲਾਂ, ਸਕੂਲਾਂ ਅਤੇ ਹੋਰ ਜਨਤਕ ਥਾਵਾਂ ਤੇ ਰੋਸ ਵਿਖਾਵੇ ਜਾਰੀ ਨੇ। ਸਰਵੇਖਣ ਮੁਤਾਬਕ ਕੋਰੋਨਾ ਵੈਕਸੀਨ ਦੇ ਟੀਕੇ ਨਾ ਲਗਵਾਉਣ ਵਾਲਿਆਂ ਨੂੰ ਗੈਰ ਜ਼ਿੰਮੇਵਾਰ ਅਤੇ ਸਵਾਰਥੀ ਦੱਸਿਆ ਜਾ ਰਿਹਾ ਹੈ, ਜਦਕਿ ਵੈਕਸੀਨੇਸ਼ਨ ਦੇ ਵਿਰੋਧੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਐਸੋਸੀਏਸ਼ਨ ਆਫ ਕੈਨੇਡੀਅਨ ਸਟੱਡੀਜ਼ ਦੇ ਪ੍ਰਧਾਨ ਜੈਕ ਜੈਡਵੌਬ ਨੇ ਕਿਹਾ ਕਿ ਭਾਵੇਂ ਟੀਕਾ ਨਾ ਲਗਵਾਉਣ ਵਾਲਿਆਂ ਦੀ ਗਿਣਤੀ ਘੱਟ ਹੈ, ਪਰ ਦੋਹਾਂ ਧਿਰਾਂ ਵਿਚਾਲੇ ਪੈਦਾ ਹੋਈ ਦੁਸ਼ਮਣੀ ਹਾਲਾਤ ਨੂੰ ਗੰਭੀਰ ਬਣਾ ਰਹੀ ਹੈ। ਕਈ ਪਰਿਵਾਰਾਂ ਵਿੱਚ ਇਸ ਮੁੱਦੇ ਤੇ ਤਿੱਖਾ ਟਕਰਾਅ ਪੈਦਾ ਹੋ ਗਿਆ ਹੈ, ਜਦਕਿ ਦੋਸਤਾਂ ਵੱਲੋਂ ਇੱਕ ਦੂਜੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਗਈ ਹੈ। ਕੰਮ ਵਾਲੀਆਂ ਥਾਵਾਂ ਤੇ ਵੀ ਵੈਕਸੀਨੇਟਡ ਅਤੇ ਅਨਵੈਕਸੀਨੇਟਡ ਲੋਕਾਂ ਵਿਚਾਲੇ ਤਲਖੀ ਦੇਖੀ ਜਾ ਸਕਦੀ ਹੈ।
ਸਰਵੇਖਣ ਕਹਿੰਦਾ ਹੈ ਕਿ ਨਵੇਂ ਟਕਰਾਅ ਨੂੰ ਕੈਨੇਡੀਅਨ ਸਮਾਜ ਵਿੱਚ ਨਸਲੀ ਵਿਤਕਰੇ ਅਤੇ ਸੱਭਿਆਚਾਰਕ ਫਰਕ ਵਰਗੀਆਂ ਪਹਿਲਾਂ ਤੋਂ ਚੱਲ ਰਹੀਆਂ ਸਮੱਸਿਆਵਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਮੰਨਿਆ ਜਾ ਸਕਦਾ। ਦੂਜੇ ਪਾਸੇ ਟੀਕੇ ਨਾ ਲਗਵਾਉਣ ਵਾਲਿਆਂ ਦਰਮਿਆਨ ਵੱਖਰਾ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ। ਸਰਵੇਖਣ ਦੌਰਾਨ ਹਰ 4 ਵਿੱਚੋਂ ਇੱਕ ਸ਼ਖਸ ਨੇ ਦਲੀਲ ਦਿੱਤੀ ਕਿ ਉਸ ਵੱਲੋਂ ਟੀਕਾ ਨਾ ਲਗਵਾਉਣ ਦੇ ਕਈ ਕਾਰਨ ਨੇ, ਪਰ ਦੂਜੇ ਉਸ ਦੀ ਰੀਸ ਕਿਉਂ ਕਰ ਰਹੇ ਨੇ। ਅਨਵੈਕਸੀਨੇਟਡ ਲੋਕ ਆਪਣੇ ਵਰਗੇ ਹੋਰਨਾਂ ਲੋਕਾਂ ਦੀਆਂ ਦਲੀਲਾਂ ਨੂੰ ਸਹੀ ਨਹੀਂ ਮੰਨਦੇ ਅਤੇ ਉਹਨਾਂ ਨੂੰ ਟੀਕਾ ਲਗਵਾਉਣ ਦੀ ਹਦਾਇਤ ਦਿੰਦੇ ਸੁਣੇ ਜਾ ਸਕਦੇ ਨੇ। ਇੱਥੇ ਦੱਸਣਾ ਬਣਦਾ ਹੈ ਕਿ ਐਸੋਸੀਏਸ਼ਨ ਆਫ ਕੈਨੇਡੀਅਨ ਸਟੱਡੀਜ਼ ਵੱਲੋਂ ਇਸ ਤੋਂ ਪਹਿਲਾਂ ਕਰਵਾਏ ਸਰਵੇਖਣ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਵੈਕਸੀਨੇਸ਼ਨ ਦੇ ਵਿਰੋਧੀਆਂ ਨੂੰ ਕੋਰੋਨਾ ਤੋਂ ਜ਼ਿਆਦਾ ਡਰ ਵੈਕਸੀਨ ਤੋਂ ਲੱਗਦਾ ਹੈ। ਜੈਕ ਜੈਡਵਾਬ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਵੈਕਸੀਨੇਟਡ ਅਤੇ ਅਨਵੈਕਸੀਨੇਟਡ ਕੈਨੇਡਾ ਵਾਸੀਆਂ ਵਿਚਾਲੇ ਤਣਾਅ ਹੋਰ ਵੱਧ ਸਕਦਾ ਹੈ, ਕਿਉਂਕਿ ਸਰਕਾਰਾਂ ਅਤੇ ਇੰਪਲੋਇਰ ਟੀਕੇ ਲਗਵਾਉਣ ਵਾਸਤੇ ਦਬਾਅ ਪਾ ਰਹੇ ਨੇ। ਬਿਊਰੋ ਰਿਪੋਰਟ ਹਮਦਰਦ ਟੀਵੀ। ਹੁਣ ਵੇਲਾ ਹੋ ਗਿਆ ਹੈ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਵਾਂਗੇ। ਤੁਸੀਂ ਵੇਖਦੇ ਰਹੋ ਹਮਦਰਦ ਟੀਵੀ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਆਓ ਹੁਣ ਰੁਖ ਕਰਦੇ ਹਾਂ ਪੰਜਾਬ ਦੀ ਸਿਆਸਤ ਨਾਲ ਸੰਬੰਧਿਤ ਖਬਰ ਵੱਲ। ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣੀ ਸੁਰੱਖਿਆ ਘਟਾਉਣ ਲਈ ਅਫਸਰਸ਼ਾਹੀ ਨਾਲ ਭਿੜਨਾ ਪੈ ਰਿਹਾ ਹੈ। ਚੰਨੀ ਵੱਲੋਂ ਡੀਜੀਪੀ ਨੂੰ ਤੀਜੀ ਵਾਰ ਹੁਕਮ ਜਾਰੀ ਕਰਦਿਆਂ ਸਿਕਿਉਰਿਟੀ ਘਟਾਉਣ ਦੇ ਹੁਕਮ ਦਿੱਤੇ ਗਏ ਨੇ। 26 ਸਤੰਬਰ ਨੂੰ ਜਾਰੀ ਤਾਜ਼ਾ ਹੁਕਮਾਂ ਤੋਂ ਪਹਿਲਾਂ 20 ਸਤੰਬਰ ਅਤੇ 22 ਸਤੰਬਰ ਨੂੰ ਵੀ ਸੁਰੱਖਿਆ ਘਟਾਉਣ ਲਈ ਆਖਿਆ ਗਿਆ ਸੀ, ਪਰ ਉਸ ਵੇਲੇ ਦੇ ਡੀਜੀਪੀ ਦਿਨਕਰ ਗੁਪਤਾ ਸਨ, ਜਦਕਿ ਹੁਣ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਅਹੁਦਾ ਸੰਭਾਲ ਲਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਤਾਜ਼ਾ ਹੁਕਮਾਂ ਵਿੱਚ ਕਿਹਾ ਕਿ ਉਹਨਾਂ ਨੇ 20 ਸਤੰਬਰ ਨੂੰ ਸਹੁੰ ਚੁੱਕੀ ਅਤੇ ਇਸ ਮਗਰੋਂ ਪੁਲਿਸ ਮੁਖੀ ਨੂੰ ਹਦਾਇਤ ਦਿੱਤੀ ਕਿ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਘਟਾਈ ਜਾਵੇ। ਇਸ ਮਗਰੋਂ 22 ਸਤੰਬਰ ਨੂੰ ਦੁਬਾਰਾ ਪੁਲਿਸ ਮੁਖੀ ਨੂੰ ਹੁਕਮ ਦਿੱਤੇ ਗਏ, ਪਰ ਕੋਈ ਕਾਰਵਾਈ ਨਾ ਹੋਈ। ਹੁਣ ਤੀਜੀ ਵਾਰ ਹੁਕਮ ਜਾਰੀ ਕੀਤੇ ਜਾ ਰਹੇ ਨੇ ਕਿ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਘਟਾ ਦਿੱਤੀ ਜਾਵੇ। ਚੇਤੇ ਰਹੇ ਕਿ ਚਰਨਜੀਤ ਸਿੰਘ ਚੰਨੀ ਨੇ ਕਪੂਰਥਲਾ ਵਿਖੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਮਾਗਮ ਦੌਰਾਨ ਕਿਹਾ ਸੀ ਕਿ ਉਹਨਾਂ ਨੂੰ ਕਮਰੇ ਜਿੱਡੀ ਗੱਡੀ ਦੇ ਦਿੱਤੀ ਗਈ, ਜਿਸ ਦੀ ਕੀਮਤ 2 ਕਰੋੜ ਰੁਪਏ ਹੈ, ਜਦਕਿ 1000 ਮੁਲਾਜ਼ਮ ਸੁਰੱਖਿਆ ਵਿੱਚ ਤੈਨਾਤ ਨੇ। ਉਹਨਾਂ ਕਿਹਾ ਸੀ ਕਿ ਸੁਰੱਖਿਆ ਤੋਂ ਹਟਾਏ ਜਾਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਥਾਣਿਆਂ ਵਿੱਚ ਤੈਨਾਤ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਨਵੇਂ ਮੁੱਖ ਮੰਤਰੀ ਦੀ ਸੁਰੱਖਿਆ ਘਟਾਉਣ ਵਿੱਚ ਪ੍ਰੋਟੋਕਾਲ ਅੜਿੱਕਾ ਬਣ ਰਿਹਾ ਹੈ। ਪਹਿਲਾਂ ਵਾਲੇ ਮੁੱਖ ਮੰਤਰੀਆਂ ਵਿੱਚੋਂ ਕਿਸੇ ਨੂੰ Z ਅਤੇ ਕਿਸੇ ਨੂੰ Z+ ਸੁਰੱਖਿਆ ਮਿਲਦੀ ਰਹੀ ਹੈ। ਹੁਣ ਚੰਨੀ ਨੂੰ ਵੀ ਪ੍ਰੋਟੋਕਾਲ ਦੇ ਹਿਸਾਬ ਨਾਲ ਸੁਰੱਖਿਆ ਦਿੱਤੀ ਗਈ ਹੈ। ਇੰਟੈਲੀਜੈਂਸ ਦੀ ਸਹਿਮਤੀ ਤੋਂ ਬਗੈਰ ਮੁੱਖ ਮੰਤਰੀ ਦੀ ਸੁਰੱਖਿਆ ਘਟਾਉਣ ਤੋਂ ਅਫਸਰਸ਼ਾਹੀ ਵੀ ਟਾਲਾ ਵੱਟ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁਕਮਾਂ ਦੀ ਤਾਮੀਲ ਹੁੰਦੀ ਹੈ ਜਾਂ ਇਸੇ ਤਰ੍ਹਾਂ ਚੱਲਦਾ ਰਹੇਗਾ। ਬਿਊਰੋ ਰਿਪੋਰਟ ਹਮਦਰਦ ਟੀਵੀ। ਸੀਨੀਅਰ ਵਕੀਲ ਅਮਰਪ੍ਰੀਤ ਸਿੰਘ ਦਿਓਲ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ। ਅਤੁਲ ਨੰਦਾ ਦੇ ਅਸਤੀਫੇ ਤੋਂ ਬਾਅਦ ਐਡਵੋਕੇਟ ਜਨਰਲ ਦੇ ਅਹੁਦੇ ਨਾਲ ਸੰਬੰਧਿਤ ਤੀਜੇ ਸ਼ਖਸ ਦਾ ਨਾਮ ਸਾਹਮਣੇ ਆਇਆ ਹੈ ਅਤੇ ਯਕੀਨੀ ਤੌਰ ਤੇ ਕਹਿਣਾ ਮੁਸ਼ਕਲ ਹੋਵੇਗਾ ਕਿ ਕਿਸੇ ਚੌਥੇ ਸ਼ਖਸ ਦਾ ਨਾਮ ਐਡਵੋਕੇਟ ਜਨਰਲ ਦੇ ਰੂਪ ਵਿੱਚ ਸਾਹਮਣੇ ਨਹੀਂ ਆ ਸਕਦਾ। ਗ੍ਰਹਿ ਅਤੇ ਨਿਆਂ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਹੁਕਮਾਂ ਮੁਤਾਬਕ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੁਆਰਾ ਅਮਰਪ੍ਰੀਤ ਸਿੰਘ ਦਿਓਲ ਨੂੰ ਰਸਮੀ ਤੌਰ ਤੇ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੀਨੀਅਰ ਵਕੀਲ DS ਪਟਵਾਲੀਆ ਅਤੇ ਅਨਮੋਲ ਰਤਨ ਸਿੰਘ ਸਿੱਧੂ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਬਣਾਉਣ ਦੀ ਚਰਚਾ ਛਿੜੀ, ਪਰ ਕੋਈ ਵੀ ਨਿਯੁਕਤੀ ਹਾਸਲ ਕਰਨ ਵਿੱਚ ਸਫਲ ਨਾ ਹੋ ਸਕਿਆ। ਬਿਊਰੋ ਰਿਪੋਰਟ ਹਮਦਰਦ ਟੀਵੀ। ਹੁਣ ਵੇਲਾ ਹੋ ਗਿਆ ਹੈ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਵਾਂਗੇ। ਤੁਸੀਂ ਵੇਖਦੇ ਰਹੋ ਹਮਦਰਦ ਟੀਵੀ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਦੇਸ਼ ਦੁਨੀਆ ਦੀਆਂ ਕੁਝ ਹੋਰ ਖਬਰਾਂ ਲਈ ਆਓ ਚੱਲਦੇ ਹਾਂ ਸਾਡੀ ਸਹਿਯੋਗੀ ਤਰਨਜੀਤ ਕੌਰ ਘੁੰਮਣ ਨਾਲ। ਉਪਜੀਤ ਜੀ, ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਭਾਰਤ ਦੀ ਖਬਰ ਦੇ ਨਾਲ। ਭਾਰਤ ਦੇ ਵਿੱਚ ਇੱਕ ਸਾਲੋਨ ਮਾਲਿਕ ਨੂੰ ਇੱਕ ਮਾਡਲ ਦੇ ਵਾਲ ਕੱਟਣੇ ਬਹੁਤ ਜ਼ਿਆਦਾ ਮਹਿੰਗੇ ਪੈ ਗਏ ਨੇ। ਦੱਸ ਦਈਏ ਕਿ ਇਸ ਸਾਲੋਨ ਦੇ ਵੱਲੋਂ ਮਾਡਲ ਦੇ ਵਾਲ ਛੋਟੇ ਕਰ ਦਿੱਤੇ ਗਏ, ਜਿਸ ਤੋਂ ਬਾਅਦ ਇਹਨਾਂ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਿਆ ਤੇ ਲੱਖਾਂ ਡਾਲਰ ਦਾ ਇਹਨਾਂ ਨੂੰ ਜੁਰਮਾਨਾ ਠੋਕਿਆ ਗਿਆ ਹੈ। ਆਖਿਰ ਕੀ ਹੈ ਪੂਰਾ ਮਾਮਲਾ, ਤੁਸੀਂ ਖੁਦ ਦੇਖੋ। ਇਸ ਸਾਲੂਨ ਵਾਲੇ ਨੂੰ ਇਹ ਹਰਜਾਨਾ ਇੰਨਾ ਮਹਿੰਗਾ ਪੈ ਗਿਆ ਹੈ ਕਿ ਉਸ ਦੀ ਕਿੰਨੇ ਹੀ ਸਾਲਾਂ ਦੀ ਕਮਾਈ ਜੁਰਮਾਨੇ ਦੇ ਰੂਪ ਵਿੱਚ ਭੁਗਤਾਨ ਵਿੱਚ ਲੰਘੇਗੀ।
ਭਾਰਤ ਦੀ ਇੱਕ ਕੰਜ਼ਿਊਮਰ ਕੋਰਟ ਨੇ ਇੱਕ ਮਾਡਲ ਦੇ ਵਾਲ ਗਲਤ ਕੱਟਣ ਦੇ ਦੋਸ਼ ਤਹਿਤ ਸੈਲੂਨ ਨੂੰ $2,71,000 ਮਿਲੀਅਨ ਦਾ ਜੁਰਮਾਨਾ ਠੋਕਿਆ ਹੈ। ਅੱਜ ਦੇ ਸਮੇਂ ਵਿੱਚ ਤੁਹਾਡੀ ਦਿੱਖ ਬਹੁਤ ਮੈਟਰ ਕਰਦੀ ਹੈ। ਕਹਿੰਦੇ ਨੇ ਨਾ ਕਿ ਫਰਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ। ਹਾਲਾਂਕਿ ਬਹੁਤ ਸਾਰੀਆਂ ਨੌਕਰੀਆਂ ਵਿੱਚ ਤੁਹਾਡੇ ਸਕਿੱਲਸ ਦੇਖੇ ਜਾਂਦੇ ਨੇ, ਪਰ ਜੇਕਰ ਫੈਸ਼ਨ ਇੰਡਸਟਰੀ ਦੀ ਗੱਲ ਕਰੀਏ ਤਾਂ ਇਸ ਵਿੱਚ ਤੁਹਾਡੀ ਦਿੱਖ ਬਹੁਤ ਮਾਇਨੇ ਰੱਖਦੀ ਹੈ। ਤੁਹਾਨੂੰ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਖਾਸ ਤੌਰ ਤੇ ਜੇਕਰ ਮਾਡਲਸ ਦੀ ਗੱਲ ਹੋਵੇ ਤਾਂ ਉਹਨਾਂ ਨੂੰ ਆਪਣੀ ਨਿੱਕੀ ਚੀਜ਼ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ, ਕਿਉਂਕਿ ਉਹਨਾਂ ਦਾ ਮਾਡਲਿੰਗ ਕੈਰੀਅਰ ਇਸ ਸਭ ਤੇ ਨਿਰਭਰ ਕਰਦਾ ਹੈ। ਮਾਡਲਿੰਗ ਦੇ ਜ਼ਰੀਏ ਅਲੱਗ-ਅਲੱਗ ਐਡਸ ਮਿਲਦੀਆਂ ਨੇ। ਅਜਿਹੇ ਵਿੱਚ ਜੇਕਰ ਕੋਈ ਮਾਡਲ ਵਾਲਾਂ ਦੀ ਕੰਪਨੀ ਲਈ ਮਾਡਲਿੰਗ ਕਰਦੀ ਹੋਵੇ ਤਾਂ ਉਸਦੇ ਵਾਲ ਹੀ ਨਾ ਰਹਿਣ ਤਾਂ ਉਸਦੇ ਕੈਰੀਅਰ ਦਾ ਕੀ ਬਣੇਗਾ। ਅਸਲ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ ਭਾਰਤ ਵਿੱਚ, ਜਿੱਥੇ ਇੱਕ ਮਾਡਲ ਜਿਸ ਨੂੰ ਕਿ ਆਪਣੇ ਲੰਬੇ ਵਾਲਾਂ ਕਰਕੇ ਵਾਲਾਂ ਦੇ ਪ੍ਰੋਡਕਟਸ ਲਈ ਲਿਆ ਜਾਂਦਾ ਸੀ, ਉਹ ਆਪਣਾ ਹੇਅਰ ਕੱਟ ਕਰਵਾਉਣ ਲਈ ਸੈਲੂਨ ਗਈ ਸੀ, ਪਰ ਸੈਲੂਨ ਵਾਲੇ ਨੇ ਉਸ ਦੀਆਂ ਹਦਾਇਤਾਂ ਵੱਲ ਧਿਆਨ ਨਾ ਦਿੰਦੇ ਹੋਏ ਉਸਦੇ ਵਾਲ ਕੱਟ ਕੇ ਛੋਟੇ ਕਰ ਦਿੱਤੇ, ਜਿਸ ਕਰਕੇ ਹੁਣ ਉਸ ਨੂੰ ਭਾਰੀ ਹਰਜਾਨਾ ਦੇਣਾ ਪੈਣਾ ਹੈ। ਹਾਲਾਂਕਿ ਦਿੱਲੀ ਦੇ ਇਸ ਪ੍ਰਸਿੱਧ ਸੈਲੂਨ ਨੂੰ ਫੈਸਲੇ ਦੇ ਵਿਰੁੱਧ ਅਪੀਲ ਕਰਨ ਦਾ ਮੌਕਾ ਦਿੱਤਾ ਗਿਆ ਹੈ, ਪਰ ਅਜੇ ਤੱਕ ਇਸ ਤੇ ਸਟੇਟਮੈਂਟ ਆਉਣੀ ਬਾਕੀ ਹੈ। ਨੈਸ਼ਨਲ ਕੰਜ਼ਿਊਮਰ ਡਿਸਪਿਊਟਸ ਰਿਡਰੈਸਲ ਕਮਿਸ਼ਨ ਦਾ ਕਹਿਣਾ ਸੀ ਕਿ ਮਾਡਲ ਨੂੰ ਇਸ ਕਰਕੇ ਉਹ ਸਾਰੀਆਂ ਅਸਾਈਨਮੈਂਟਸ ਤੋਂ ਜਵਾਬ ਮਿਲ ਗਿਆ ਜੋ ਕਿ ਉਸ ਨੂੰ ਮਿਲਣ ਦੀ ਉਮੀਦ ਸੀ, ਅਤੇ ਉਸ ਨੂੰ ਇਸ ਲਈ ਭਾਰੀ ਘਾਟੇ ਦਾ ਸਾਹਮਣਾ ਕਰਨਾ ਪਿਆ। ਇਸ ਸਭ ਨੇ ਉਸ ਦੀ ਜ਼ਿੰਦਗੀ ਤੇ ਕਾਫੀ ਬੁਰਾ ਅਸਰ ਪਾਇਆ ਹੈ ਅਤੇ ਉਸ ਦੇ ਟੌਪ ਮਾਡਲ ਬਣਨ ਦੇ ਸੁਪਨੇ ਨੂੰ ਵੀ ਚਕਨਾਚੂਰ ਕਰ ਦਿੱਤਾ ਹੈ। ਅਸਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਸ ਨੂੰ ਮਾਨਸਿਕ ਤੌਰ ਤੇ ਵੀ ਕਾਫੀ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਲਾਪਰਵਾਹੀ ਦੇ ਕਰਕੇ ਉਸ ਦੀ ਜ਼ਿੰਦਗੀ ਤੇ ਵੀ ਬਹੁਤ ਬੁਰਾ ਅਸਰ ਪਿਆ ਹੈ। ਉਹ ਆਪਣੀ ਨੌਕਰੀ ਤੇ ਧਿਆਨ ਕੇਂਦਰਿਤ ਨਹੀਂ ਕਰ ਸਕੀ ਤੇ ਅਖੀਰ ਉਸ ਦੀ ਨੌਕਰੀ ਵੀ ਚਲੀ ਗਈ। ਦੱਸਦੀ ਕਿ ਮਾਡਲ 2018 ਵਿੱਚ ਹੇਅਰ ਕੱਟ ਕਰਵਾਉਣ ਗਈ ਸੀ ਅਤੇ ਆਪਣੀ ਦਿੱਖ ਨੂੰ ਲੈ ਕੇ ਖਾਸ ਹਦਾਇਤਾਂ ਵੀ ਦਿੱਤੀਆਂ ਸੀ। ਅਦਾਲਤ ਵਿੱਚ ਦਿੱਤੇ ਦਸਤਾਵੇਜ਼ਾਂ ਦੇ ਅਨੁਸਾਰ ਹੇਅਰ ਸਟਾਈਲਿਸਟ ਨੇ ਉਸ ਦੀਆਂ ਹਦਾਇਤਾਂ ਨੂੰ ਅਣਸੁਣਿਆ ਕਰ ਦਿੱਤਾ ਅਤੇ ਉਸ ਦੇ ਵਾਲਾਂ ਤੋਂ ਮੋਢਿਆਂ ਤੱਕ ਸਿਰਫ 4 ਇੰਚ ਦੇ ਹੀ ਵਾਲ ਛੱਡੇ ਅਤੇ ਬਾਕੀ ਦੇ ਸਾਰੇ ਵਾਲ ਕੱਟ ਦਿੱਤੇ। ਉਸਨੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਣਾ ਬੰਦ ਕਰ ਦਿੱਤਾ ਹੈ। ਉਹ ਕਮਿਊਨੀਕੇਸ਼ਨ ਪ੍ਰੋਫੈਸ਼ਨਲ ਸੀ ਅਤੇ ਮੀਟਿੰਗਾਂ ਦੇ ਵਿੱਚ ਜਾਂਦੀ ਸੀ, ਪਰ ਇਹਨੇ ਛੋਟੇ ਵਾਲਾਂ ਨੂੰ ਦੇਖ ਕੇ ਉਸ ਦਾ ਆਤਮ ਵਿਸ਼ਵਾਸ ਖਤਮ ਹੋ ਗਿਆ। ਉਸਨੇ ਜਦ ਇਸ ਦੀ ਸ਼ਿਕਾਇਤ ਸੈਲੂਨ ਨੂੰ ਕੀਤੀ ਤਾਂ ਉਸ ਨੂੰ ਗਲਤੀ ਛੁਪਾਉਣ ਲਈ ਮੁਫਤ ਵਿੱਚ ਹੇਅਰ ਟ੍ਰੀਟਮੈਂਟ ਦੀ ਪੇਸ਼ਕਸ਼ ਕੀਤੀ ਗਈ। ਮਾਡਲ ਨੇ ਕਿਹਾ ਕਿ ਉਹ ਟ੍ਰੀਟਮੈਂਟ ਨੇ ਤਾਂ ਉਸ ਦੇ ਵਾਲਾਂ ਨੂੰ ਹੋਰ ਵੀ ਜ਼ਿਆਦਾ ਡੈਮੇਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਇਸ ਗਲਤੀ ਦੇ ਕਰਕੇ ਉਸ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਤੇ ਨਾਲ ਹੀ ਆਪਣੀਆਂ ਮਾਡਲਿੰਗ ਪੇਸ਼ਕਸ਼ ਵੀ ਗਵਾਉਣੀਆਂ ਪਈਆਂ ਨੇ ਤੇ ਪਿਛਲੇ 2 ਸਾਲ ਤੋਂ ਉਸ ਨੂੰ ਕਾਫੀ ਮਾਨਸਿਕ ਪਰੇਸ਼ਾਨੀ ਝੱਲਣੀ ਪਈ ਹੈ, ਜਿਸ ਲਈ ਸੈਲੂਨ ਨੂੰ ਇਹ ਜੁਰਮਾਨਾ ਠੋਕਿਆ ਗਿਆ ਹੈ। ਅਜੇ ਸੈਲੂਨ ਵੱਲੋਂ ਇਸ ਤੇ ਕੋਈ ਵੀ ਜਵਾਬ ਨਹੀਂ ਆਇਆ ਹੈ। ਹੁਣ ਦੇਖਣਾ ਇਹ ਹੋਏਗਾ ਕਿ ਕੀ ਸੈਲੂਨ ਇਸ ਫੈਸਲੇ ਦੇ ਵਿਰੁੱਧ ਅਪੀਲ ਕਰਦਾ ਹੈ ਜਾਂ ਫਿਰ ਮਾਡਲ ਨੂੰ ਹਰਜਾਨਾ ਭਰਦਾ ਹੈ। ਬਿਊਰੋ ਰਿਪੋਰਟ, ਹਮਦਰਦ ਨਿਊਜ਼। ਕੈਨੇਡਾ ਵਿੱਚ ਫੈਡਰਲ ਚੋਣਾਂ ਤੋਂ ਬਾਅਦ ਇਸ ਵਕਤ ਸਿਆਸਤ ਦੇ ਵਿੱਚ ਨਵਾਂ ਭੂਚਾਲ ਆਉਂਦਾ ਹੋਇਆ ਦਿਖ ਰਿਹਾ ਹੈ। ਫੈਡਰਲ ਚੋਣਾਂ ਦੇ ਵਿੱਚ ਹਾਲਾਂਕਿ ਕਿਸੇ ਵੀ ਪਾਰਟੀ ਨੂੰ ਮੈਜੋਰਟੀ ਨਹੀਂ ਮਿਲੀ ਅਤੇ ਲਗਭਗ ਰੁਝਾਨ ਇੱਕੋ ਜਿਹੇ ਹੀ ਦੇਖਣ ਨੂੰ ਮਿਲੇ ਨੇ। 2019 ਵਿੱਚ ਜਿੰਨੀਆਂ ਸੀਟਾਂ ਸਨ, ਇੱਕਾ ਦੁੱਕਾ ਨੂੰ ਛੱਡ ਕੇ ਲਗਭਗ ਸਾਰੀਆਂ ਹੀ ਪਾਰਟੀ ਕੋਲ ਉਹੀ ਸੀਟਾਂ ਦੇਖਣ ਨੂੰ ਮਿਲ ਰਹੀਆਂ ਨੇ। ਉੱਥੇ ਗੱਲ ਕਰੀਏ, ਇਸ ਵਕਤ ਸਭ ਤੋਂ ਵੱਧ ਭੂਚਾਲ ਆਇਆ ਹੈ ਗ੍ਰੀਨ ਪਾਰਟੀ ਦੇ ਵਿੱਚ। ਅੱਜ ਦੀ ਜੇ ਤਾਜ਼ਾ ਖਬਰ ਦੀ ਗੱਲ ਕਰੀਏ ਤਾਂ ਗ੍ਰੀਨ ਪਾਰਟੀ ਪ੍ਰਮੁੱਖ ਐਨਮੀ ਪੌਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਦਾ ਪਹਿਲਾਂ ਹੀ ਲੀਡਰਸ਼ਿਪ ਭਰਿਆ ਰਾਹ ਕਾਫੀ ਜ਼ਿਆਦਾ ਸਵਾਲਾਂ ਦੇ ਘੇਰੇ ਵਿੱਚ ਸੀ ਤੇ ਇਸ ਤੋਂ ਬਾਅਦ ਜਿਵੇਂ ਹੀ ਨਤੀਜੇ ਆਏ, ਉਹ ਆਪਣੀ ਟੋਰਾਂਟੋ ਸੈਂਟਰ ਦੀ ਸੀਟ ਨੂੰ ਵੀ ਬਚਾ ਨਹੀਂ ਸਕੇ ਅਤੇ ਚੋਣਾਂ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਚੱਲਦਿਆਂ ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਆਪਣੇ ਅਸਤੀਫੇ ਦਾ ਕਾਰਨ ਦੱਸਿਆ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਨਮੀ ਪੌਲ ਨੇ ਕਿਹਾ ਕਿ ਉਸ ਦਾ ਪਾਰਟੀ ਪ੍ਰਮੁੱਖ ਦਾ ਸਮਾਂ ਕਾਫੀ ਸੰਘਰਸ਼ ਭਰਿਆ ਰਿਹਾ ਹੈ ਅਤੇ ਉਸ ਨੂੰ ਪਤਾ ਸੀ ਕਿ ਗ੍ਰੀਨਸ ਇਹਨਾਂ ਚੋਣਾਂ ਵਿੱਚ ਜ਼ਿਆਦਾ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਉਣਗੇ। ਉਹਨਾਂ ਨੇ ਕਿਹਾ ਕਿ ਹਾਲਾਂਕਿ ਮੇਰਾ ਇਸ ਸਭ ਦਾ ਦਿਲ ਨਹੀਂ ਸੀ, ਪਰ ਫਿਰ ਵੀ ਮੈਂ ਇਹ ਚੋਣ ਲੜੀ। ਪ੍ਰੈਸ ਕਾਨਫਰੰਸ ਦੌਰਾਨ ਐਨਮੀ ਨੇ ਆਪਣੇ ਅਸਤੀਫੇ ਦਾ ਕਾਰਨ ਦੱਸਿਆ। ਦੱਸਦੀ ਕਿ ਐਨਮੀ ਪੌਲ ਦਾ ਅਸਤੀਫਾ ਉਸ ਵੇਲੇ ਸਾਹਮਣੇ ਆਇਆ ਜਦ ਉਹ ਸੰਘੀ ਚੋਣਾਂ ਵਿੱਚ ਆਪਣੀ ਰਾਈਡਿੰਗ ਟੋਰਾਂਟੋ ਸੈਂਟਰ ਤੋਂ ਹਾਰ ਗਈ ਸੀ। ਉਹਨਾਂ ਨੂੰ ਲਿਬਰਲ ਦੇ ਮਾਰਸੀ ਲੇਨ ਨੇ ਹਰਾਇਆ ਸੀ, ਜਿਸ ਨੇ ਉਹਨਾਂ ਨੂੰ 2020 ਦੀਆਂ ਬਾਈ ਇਲੈਕਸ਼ਨਸ ਦੇ ਵਿੱਚ ਵੀ ਹਰਾਇਆ। ਅਕਤੂਬਰ 2020 ਵਿੱਚ ਫੈਡਰਲ ਲੈਵਲ ਤੇ ਪਾਰਟੀ ਦੀ ਲੀਡਰਸ਼ਿਪ ਚੋਣ 54% ਵੋਟਾਂ ਨਾਲ ਜਿੱਤਣ ਵਾਲੀ ਐਨਮੀ ਪੌਲ ਨੇ ਇਤਿਹਾਸ ਸਿਰਜਿਆ ਸੀ। ਉਹ ਗ੍ਰੀਨ ਪਾਰਟੀ ਦੀ ਪਹਿਲੀ ਬਲੈਕ ਕੈਨੇਡੀਅਨ ਅਤੇ ਜੂਇਸ਼ ਮਹਿਲਾ ਸੀ। ਐਨਮੀ ਨੇ ਇਸ ਗੱਲ ਦਾ ਜ਼ਿਕਰ ਆਪਣੀ ਪ੍ਰੈਸ ਕਾਨਫਰੰਸ ਵਿੱਚ ਕੀਤਾ ਕਿ ਜਦ ਉਸ ਨੂੰ ਇਹ ਭੂਮਿਕਾ ਸੌਂਪੀ ਗਈ ਸੀ ਤਾਂ ਉਸਨੇ ਕਈ ਰਿਵਾਇਤਾਂ ਨੂੰ ਗਲਤ ਸਾਬਿਤ ਕੀਤਾ ਸੀ। ਉਸਨੇ ਕਿਹਾ ਕਿ ਉਸ ਵੇਲੇ ਮੈਨੂੰ ਇਹ ਨਹੀਂ ਪਤਾ ਸੀ ਕਿ ਜਿਹੜੀ ਸੋਚ ਨੂੰ ਮੈਂ ਬਦਲਣ ਦੀ ਕੋਸ਼ਿਸ਼ ਵਿੱਚ ਸੀ, ਉਹੀ ਸੋਚ ਵਾਲੇ ਲੋਕ ਉਸ ਦੀਆਂ ਜੜ੍ਹਾਂ ਵਿੱਚ ਬੈਠਣਗੇ ਅਤੇ ਮੇਰੇ ਲਈ ਲੀਡਰਸ਼ਿਪ ਦਾ ਜਿੰਨਾ ਵੀ ਸਮਾਂ ਹੋਏਗਾ ਉਸ ਨੂੰ ਕੰਡਿਆਂ ਭਰਿਆ ਬਣਾ ਦੇਣਗੇ। ਪੌਲ ਨੇ ਕਿਹਾ ਕਿ ਜਦ ਉਹ ਡਿਬੇਟ ਦੀ ਸਟੇਜ ਤੇ ਪਹੁੰਚੀ ਤਾਂ ਉਹ ਇਸ ਦੌਰਾਨ ਕਾਫੀ ਸੰਘਰਸ਼ ਤੋਂ ਬਾਅਦ ਇੱਥੇ ਪੁੱਜੀ ਸੀ। ਪੌਲ ਨੇ ਕਿਹਾ ਕਿ ਮੈਨੂੰ ਇੱਕ ਗੱਲ ਦਾ ਦ੍ਰਿੜ ਨਿਸ਼ਚਾ ਜ਼ਰੂਰ ਸੀ ਕਿ ਮੈਂ ਉੱਥੇ ਪਹੁੰਚਣਾ ਹੈ ਤਾਂ ਜੋ ਅਗਲੀ ਵਾਰ ਮੇਰੇ ਵਰਗਾ ਕੋਈ ਹੋਰ ਵੀ ਜੇਕਰ ਇਸ ਮੁਕਾਮ ਤੇ ਪਹੁੰਚਣਾ ਚਾਹੁੰਦਾ ਹੈ ਤਾਂ ਉਸ ਨੂੰ ਮੈਨੂੰ ਦੇਖ ਕੇ ਹੌਸਲਾ ਤੇ ਵਿਸ਼ਵਾਸ ਮਿਲੇ ਤੇ ਉਹ ਵੀ ਇਸ ਨੂੰ ਸੰਭਵ ਕਰਨ ਦਾ ਇਰਾਦਾ ਰੱਖੇ।
ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਗੱਲ ਕਰਦਿਆਂ ਐਨਵੀ ਨੇ ਕਿਹਾ ਕਿ ਉਸ ਨੂੰ ਆਪਣੀ ਪਾਰਟੀ ਦੇ ਬਹੁਤ ਸਾਰੇ ਮੈਂਬਰਾਂ ਦਾ ਸਾਥ ਨਹੀਂ ਮਿਲਿਆ। ਚੋਣਾਂ ਵਾਲੇ ਦਿਨ ਸਵੇਰੇ ਉਸ ਨੂੰ ਗ੍ਰੀਨ ਪਾਰਟੀ ਫੈਡਰਲ ਇਲੈਕਸ਼ਨ ਕੌਂਸਲ ਦੇ ਵੱਲੋਂ ਸਿਰਫ ਇੱਕ ਈਮੇਲ ਆਉਂਦੀ ਹੈ ਜਿਸ ਵਿੱਚ ਉਸ ਨੂੰ ਇੱਕ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਪਾਰਟੀ ਦੀ ਲੀਡਰਸ਼ਿਪ ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਉਸ ਨੇ ਕਿਹਾ ਕਿ ਉਹ ਆਪਣੇ ਉੱਤੇ ਹੋਰ ਹਮਲੇ ਨਹੀਂ ਚੱਲ ਸਕਦੀ ਸੀ। ਇਹ ਉਸ ਲਈ ਕਾਫੀ ਸਾਫ਼ ਹੋ ਗਿਆ ਸੀ ਕਿ ਉਸ ਨੂੰ ਹੁਣ ਅਗਲੀ ਵਾਰ ਮੌਕਾ ਅਗਵਾਈ ਦਾ ਨਹੀਂ ਦਿੱਤਾ ਜਾਏਗਾ। ਪੌਲ ਨੇ ਕਿਹਾ ਕਿ ਮੈਨੂੰ ਉਹ ਮੌਕਾ ਮਿਲਿਆ ਹੀ ਨਹੀਂ। ਮੈਂ ਰਾਜਨੀਤਿਕ ਸਾਜ਼ਿਸ਼ਾਂ ਦੇ ਵਿੱਚ ਆਪਣਾ ਹੋਰ ਸਮਾਂ ਖਰਾਬ ਨਹੀਂ ਕਰਨਾ ਚਾਹੁੰਦੀ। ਮੈਂ ਲੀਡਰਸ਼ਿਪ ਨੂੰ ਉਹਨਾਂ ਲੋਕਾਂ ਲਈ ਜਾਰੀ ਰੱਖਿਆ ਸੀ ਜੋ ਮੇਰੇ ਨਾਲ ਖੜੇ ਸੀ ਤੇ ਅੱਜ ਵੀ ਇਸ ਥਾਂ ਤੇ ਮੇਰੇ ਸਾਹਮਣੇ ਮੇਰੇ ਨਾਲ ਮੌਜੂਦ ਨੇ ਜਿਸ ਵਿੱਚ ਉਸ ਦਾ ਪਰਿਵਾਰ ਵੀ ਸ਼ਾਮਿਲ ਹੈ। ਦੱਸ ਦਈਏ ਕਿ ਐਨਮੀ ਪੌਲ ਜਦੋਂ ਤੋਂ ਗ੍ਰੀਨ ਪਾਰਟੀ ਦੀ ਲੀਡਰ ਬਣੀ ਸੀ ਤਦ ਤੋਂ ਹੀ ਉਸ ਨਾਲ ਵਿਵਾਦ ਜੁੜਨੇ ਸ਼ੁਰੂ ਹੋ ਗਏ। ਉਸ ਨੂੰ ਚਾਹੇ ਉਸ ਦੀ ਹੀ ਪਾਰਟੀ ਦੇ ਮੈਂਬਰਾਂ ਵੱਲੋਂ ਲਿਖੀ ਚਿੱਠੀ ਨੂੰ ਨਸਲੀ ਕਹਿਣ ਦੀ ਗੱਲ ਹੋਵੇ ਜਾਂ ਪਾਰਟੀ ਦੇ ਕੁਝ ਮੈਂਬਰਾਂ ਵੱਲੋਂ ਚੋਣਾਂ ਦੌਰਾਨ ਪੌਲ ਦਾ ਉਸ ਲਈ ਪ੍ਰਚਾਰ ਨਾ ਕਰਨ ਦੀ ਸ਼ਰਤ ਹੋਵੇ, ਉਸ ਨੂੰ ਆਪਣੀ ਹੀ ਪਾਰਟੀ ਵਿੱਚ ਵਿਰੋਧ ਚੱਲਣਾ ਪਿਆ ਹੈ। ਗ੍ਰੀਨ ਪਾਰਟੀ 2021 ਦੀਆਂ ਚੋਣਾਂ ਵਿੱਚ ਕੈਨੇਡਾ ਦੇ ਵਿੱਚ 338 ਸੀਟਾਂ ਤੇ ਵੀ ਆਪਣੇ ਪੂਰੇ ਉਮੀਦਵਾਰ ਖੜੇ ਨਹੀਂ ਕਰ ਸਕੀ ਅਤੇ ਲਗਭਗ 100 ਉਮੀਦਵਾਰ ਘੱਟ ਰਹੇ। ਉਸ ਦੇ ਪਾਰਟੀ ਦੀ ਸਾਬਕਾ ਲੀਡਰ ਐਲਿਜ਼ਾਬੈਥ ਮੇਦ ਦੇ ਨਾਲ ਵੀ ਸੰਬੰਧ ਕੁਝ ਬਹੁਤੇ ਵਧੀਆ ਨਹੀਂ ਰਹੇ। ਉਸ ਨੂੰ ਇਸ ਦਾ ਖਾਮਿਆਜ਼ਾ ਵੀ ਭੁਗਤਣਾ ਪਿਆ ਹੈ। ਐਨਮੀ ਪੌਲ ਨੇ ਕਿਹਾ ਕਿ ਚੋਣਾਂ ਵਿੱਚ ਹਾਰ ਲਈ ਹੋਰ ਵੀ ਕਈ ਕਾਰਨ ਰਹੇ ਨੇ। ਇਸ ਗੱਲ ਨੂੰ ਸਮਝਣਾ ਕੋਈ ਰਾਕਟ ਸਾਇੰਸ ਨਹੀਂ ਸੀ ਕਿ ਤੁਸੀਂ ਬਿਨਾਂ ਫੰਡਿੰਗ ਦੇ ਆਪਣੀ ਚੋਣ ਮੁਹਿੰਮ ਨੂੰ ਕਿਵੇਂ ਚਲਾ ਸਕਦੇ ਹੋ। ਨਾ ਹੀ ਤੁਹਾਡੇ ਕੋਲ ਚੋਣਾਂ ਦੌਰਾਨ ਕੋਈ ਸਟਾਫ ਹੈ। ਅਜਿਹੇ ਹਾਲਾਤਾਂ ਵਿੱਚ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਲਈ ਮਨਾਉਣਾ ਕੋਈ ਸੌਖਾ ਕੰਮ ਨਹੀਂ ਹੈ। ਅਖੀਰ ਵਿੱਚ ਪੌਲ ਨੇ ਆਪਣੇ ਸਮੂਹ ਸਮਰਥਕਾਂ ਦਾ ਉਸ ਦਾ ਸਾਥ ਦੇਣ ਲਈ ਧੰਨਵਾਦ ਕੀਤਾ। ਬਿਊਰੋ ਰਿਪੋਰਟ, ਹਮਦਰਦ ਨਿਊਜ਼। ਚੀਨ ਦੇ ਵਿੱਚ ਜਾਸੂਸੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੈਨੇਡਾ ਦੇ 2 ਨਾਗਰਿਕ ਨੂੰ ਰਿਹਾ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਦੋਵੇਂ ਮਾਈਕਲਸ ਕੈਨੇਡਾ ਵਿੱਚ ਪਹੁੰਚ ਚੁੱਕੇ ਨੇ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਇਹਨਾਂ ਨੂੰ ਲੈਣ ਲਈ ਪਹੁੰਚੇ ਸਨ। ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਇਹ ਵੀ ਮੁੱਦਾ ਉੱਠਿਆ ਸੀ ਕਿ ਇਹ ਵਤਨ ਵਾਪਸੀ ਕਿੰਜ ਸੰਭਵ ਹੋ ਸਕੀ ਹੈ, ਪਰ ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਚੀਨ ਵੱਲੋਂ ਜੋ ਬਿਆਨ ਆਇਆ ਹੈ ਕਿ ਮਾਈਕਲਸ ਨੂੰ ਉਹਨਾਂ ਦੀ ਖਰਾਬ ਸਿਹਤ ਦੇ ਚੱਲਦਿਆਂ ਛੱਡਿਆ ਗਿਆ ਹੈ। ਕੀ ਇਹ ਪੂਰਾ ਮਾਮਲਾ ਤੁਸੀਂ ਖੁਦ ਦੇਖੋ। ਚੀਨ ਵਿੱਚ ਜਾਸੂਸੀ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਬੰਦ 2 ਕੈਨੇਡੀਅਨ ਨਾਗਰਿਕਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ। ਇਹ ਐਲਾਨ ਉਦੋਂ ਕੀਤਾ ਗਿਆ ਜਦੋਂ ਕੁਝ ਘੰਟੇ ਪਹਿਲਾਂ ਚੀਨ ਦੀ ਸੰਚਾਰ ਖੇਤਰ ਦੀ ਵੱਡੀ ਕੰਪਨੀ ਹੁਆਵੇ ਦੀ ਇੱਕ ਸੀਨੀਅਰ ਕਾਰਜਕਾਰੀ ਅਧਿਕਾਰੀ ਦਾ ਅਮਰੀਕਾ ਦੇ ਨਿਆਂ ਵਿਭਾਗ ਨਾਲ ਇੱਕ ਸਮਝੌਤਾ ਹੋਇਆ ਅਤੇ ਉਹਨਾਂ ਦੇ ਤਹਿਤ ਉਹਨਾਂ ਤੇ ਲੱਗੇ ਅਪਰਾਧਿਕ ਦੋਸ਼ਾਂ ਦਾ ਹੱਲ ਕੱਢ ਲਿਆ ਗਿਆ ਹੈ। ਚੀਨ ਅਤੇ ਕੈਨੇਡਾ ਵਿਚਕਾਰ ਸੰਬੰਧ ਫਿਲਹਾਲ ਤਣਾਅਪੂਰਨ ਬਣੇ ਹੋਏ ਨੇ। ਕੈਨੇਡਾ ਦੇ 2 ਨਾਗਰਿਕ ਮਾਈਕਲ ਕੋਵਰਿਗ ਅਤੇ ਮਾਈਕਲ ਸਪੈਵਰ ਦੀ ਰਿਹਾਈ ਤੋਂ ਬਾਅਦ ਅਜੇ ਵੀ 100 ਤੋਂ ਵੱਧ ਕੈਨੇਡੀਅਨ ਫਿਲਹਾਲ ਚੀਨ ਦੇ ਵਿੱਚ ਨਜ਼ਰਬੰਦ ਨੇ ਜੋ ਇਸ ਵੇਲੇ ਵੱਖ-ਵੱਖ ਕਾਰਨਾਂ ਕਰਕੇ ਚੀਨ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡੀਅਨ ਨਾਗਰਿਕ ਮਾਈਕਲ ਕੋਵਰਿਕ ਅਤੇ ਮਾਈਕਲ ਸੈਪਵਰ ਜਿਨ੍ਹਾਂ ਨੂੰ ਕਰੀਬ 3 ਸਾਲ ਪਹਿਲਾਂ ਚੀਨ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ। ਨੈਸ਼ਨਲ ਪੋਸਟ ਦੇ ਮੁਤਾਬਿਕ ਚੀਨ ਵਿੱਚ ਇਸ ਵੇਲੇ 119 ਕੈਨੇਡੀਅਨ ਨਜ਼ਰਬੰਦ ਨੇ ਜਿਨ੍ਹਾਂ ਨੂੰ ਵੱਖ-ਵੱਖ ਕਾਰਨਾਂ ਕਰਕੇ ਹਿਰਾਸਤ ਵਿੱਚ ਰੱਖਿਆ ਗਿਆ ਹੈ। ਕੁਝ ਨੂੰ ਕਥਿਤ ਰਾਜਨੀਤਿਕ ਜਾਂ ਧਾਰਮਿਕ ਅਪਰਾਧਾਂ ਲਈ, ਜਦਕਿ ਕਈਆਂ ਨੂੰ ਨਸ਼ੀਲੇ ਪਦਾਰਥਾਂ ਦੇ ਅਪਰਾਧਾਂ ਦੇ ਤਹਿਤ ਅਤੇ ਕੋਵਰਿਕ ਤੇ ਸਪੈਵਰ ਦੇ ਮਾਮਲੇ ਵਾਂਗ ਕੁਝ ਨੂੰ ਜਾਸੂਸੀ ਦੇ ਦੋਸ਼ਾਂ ਲਈ ਜੇਲ੍ਹ ਭੇਜਿਆ ਗਿਆ ਹੈ। ਇੱਕ ਅਧਿਕਾਰਕ ਪ੍ਰੈਸ ਨੋਟ ਦਾ ਹਵਾਲਾ ਦਿੰਦੇ ਹੋਏ ਕੈਨੇਡੀਅਨ ਪ੍ਰਕਾਸ਼ਨ ਨੇ ਦੱਸਿਆ ਕਿ ਕੈਨੇਡੀਅਨਸ ਨੂੰ ਚੀਨ, ਹਾਂਗਕਾਂਗ ਅਤੇ ਤਾਇਵਾਨ ਵਿੱਚ ਜੇਲ੍ਹ ਨਜ਼ਰਬੰਦੀ ਕੇਂਦਰਾਂ ਜਾਂ ਮੈਡੀਕਲ ਸਹੂਲਤਾਂ ਵਿੱਚ ਰੱਖਿਆ ਗਿਆ ਹੈ। ਨੋਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਅੰਕੜਾ ਸਿਰਫ ਉਹਨਾਂ ਵਿਅਕਤੀਆਂ ਦੀ ਜਾਣਕਾਰੀ ਦਿੰਦਾ ਹੈ ਜਿਨ੍ਹਾਂ ਨੇ ਕੈਨੇਡਾ ਸਰਕਾਰ ਨੂੰ ਆਪਣੀ ਸਥਿਤੀ ਬਾਰੇ ਦੱਸਿਆ ਹੈ। ਉਹਨਾਂ ਕੁਝ ਲੋਕਾਂ ਵਿੱਚੋਂ ਜਿਨ੍ਹਾਂ ਦੀ ਪਛਾਣ ਜਨਤਕ ਤੌਰ ਤੇ ਜਾਣੀ ਜਾਂਦੀ ਹੈ। ਇਹਨਾਂ ਵਿੱਚ ਹੁਸੈਨ ਸੇਲੇਲ ਹਨ ਜੋ ਕਿ ਆਪਣੀ ਉਈਗਰ ਵਕਾਲਤ ਨਾਲ ਜੁੜੇ ਅੱਤਵਾਦ ਦੇ ਦੋਸ਼ਾਂ ਵਿੱਚ ਲਗਭਗ 1.5 ਦਹਾਕੇ ਤੋਂ ਜੇਲ੍ਹ ਵਿੱਚ ਬੰਦ ਨੇ ਅਤੇ ਸਨ ਕੀਆਨ ਜਿਨ੍ਹਾਂ ਨੂੰ ਫਾਲੂ ਗੋਂਗ ਪ੍ਰੈਕਟੀਸ਼ਨਰ ਹੋਣ ਕਾਰਨ 8 ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਉਹ ਵੀ ਸ਼ਾਮਿਲ ਨੇ। ਬਿਊਰੋ ਰਿਪੋਰਟ, ਹਮਦਰਦ ਨਿਊਜ਼। ਕੈਨੇਡੀਅਨ ਇੰਪੀਰੀਅਲ ਬੈਂਕ ਆਫ ਕਾਮਰਸ ਦੇ ਵੱਲੋਂ ਕੈਨੇਡਾ ਦੇ ਸਾਬਕਾ ਮੰਤਰੀ ਨਵਦੀਪ ਬੈਂਸ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਇਨੋਵੇਸ਼ਨ, ਸਾਇੰਸ ਅਤੇ ਇੰਡਸਟਰੀ ਮਿਨਿਸਟਰ ਨਵਦੀਪ ਬੈਂਸ ਨੂੰ ਗਲੋਬਲ ਇਨਵੈਸਟਮੈਂਟ ਬੈਂਕਿੰਗ ਦੇ ਵਾਈਸ ਚੇਅਰ ਨਿਯੁਕਤ ਕੀਤਾ ਗਿਆ ਹੈ। 44 ਸਾਲਾ ਨਵਦੀਪ ਬੈਂਸ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ 2015 ਤੋਂ 2021 ਦੇ ਸ਼ੁਰੂਆਤ ਤੱਕ ਇੰਡਸਟਰੀ ਮਿਨਿਸਟਰ ਰਹਿ ਚੁੱਕੇ ਨੇ ਅਤੇ ਉਹਨਾਂ ਨੇ ਸਾਲ ਦੀ ਸ਼ੁਰੂਆਤ ਵਿੱਚ ਆਪਣੇ ਪਰਿਵਾਰਿਕ ਕਾਰਨਾਂ ਦੇ ਚੱਲਦਿਆਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਨਾਲ ਹੀ ਅਗਲੀਆਂ ਫੈਡਰਲ ਚੋਣਾਂ ਤੋਂ ਮਨਾ ਕਰ ਦਿੱਤਾ ਸੀ। ਬੈਂਸ ਨੇ ਆਪਣੀ ਜ਼ਿੰਦਗੀ ਦੇ 17 ਸਾਲ ਕੈਨੇਡਾ ਦੀ ਰਾਜਨੀਤੀ ਨੂੰ ਦਿੱਤੇ ਨੇ। CIBC ਦੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੈਂਸ ਅਕਤੂਬਰ 4 ਤੋਂ ਬੈਂਕ ਨਾਲ ਜੁੜਨ ਜਾ ਰਹੇ ਨੇ। ਬੈਂਸ ਦੇ ਰਾਜਨੀਤਿਕ ਜੀਵਨ ਤੇ ਸਫ਼ਰ ਮਾਰੀਏ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ 2014 ਦੇ ਵਿੱਚ ਚੁਣਿਆ ਗਿਆ ਸੀ ਤੇ ਉਹਨਾਂ ਨੇ ਇਸ ਰਾਈਡਿੰਗ ਲਈ 2011 ਤੱਕ ਅਗਵਾਈ ਕੀਤੀ।
ਉਸ ਵੇਲੇ ਲਿਬਰਲਸ ਨੂੰ ਕਾਫੀ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਉਹਨਾਂ ਨੇ 2015 ਵਿੱਚ ਮੁੜ ਤੋਂ ਚੋਣ ਜਿੱਤੀ ਅਤੇ ਉਸ ਵੇਲੇ ਪਾਰਟੀ ਨੇ ਤੀਜੇ ਸਥਾਨ ਤੋਂ ਪਹਿਲਾ ਸਥਾਨ ਹਾਸਲ ਕੀਤਾ ਤੇ ਲਿਬਰਲ ਪਾਰਟੀ ਪ੍ਰਮੁੱਖ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣੇ। ਨਵਦੀਪ ਬੈਂਸ ਟਰੂਡੋ ਕੈਬਨਿਟ ਦੇ ਪ੍ਰਮੁੱਖ ਮੰਤਰੀਆਂ ਚੋਂ ਇੱਕ ਰਹੇ। ਉਹਨਾਂ ਨੇ ਟੈਲੀਕਮਿਊਨੀਕੇਸ਼ਨ ਅਤੇ ਫੋਰਨ ਟੇਕਓਵਰਸ ਵਰਗੇ ਮੁੱਦਿਆਂ ਤੇ ਗੱਲ ਕੀਤੀ ਹੀ ਨਾਲ ਹੀ 2018 ਵਿੱਚ ਚੀਨ ਦੀ ਕੰਸਟਰਕਸ਼ਨ ਕੰਪਨੀ ਐਕਨ ਗਰੁੱਪ ਇੰਕ ਲਈ ਲਾਈ ਗਈ ਬੋਲੀ ਨੂੰ ਵੀ ਬਲੌਕ ਕਰ ਦਿੱਤਾ। CIBC ਦੇ ਹੈਡ ਰੋਮਨ ਡੁਬਜ਼ੋਕ ਨੇ ਕਿਹਾ ਕਿ ਸਾਰੇ ਗ੍ਰਾਹਕ ਇਨੋਵੇਸ਼ਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਬਦਲ ਰਹੇ ਮਾਹੌਲ ਦੇ ਨਾਲ ਨਵੀਆਂ ਸੰਭਾਵਨਾਵਾਂ ਤਲਾਸ਼ ਰਹੇ ਨੇ ਤੇ ਨਵਦੀਪ ਬੈਂਸ ਤੇ ਇਸ ਖੇਤਰ ਵਿੱਚ ਤਜਰਬੇ ਉਹਨਾਂ ਦੇ ਕੰਮ ਆਉਣਗੇ। CIBC ਦੀ ਇਨਵੈਸਟਮੈਂਟ ਬੈਂਕਿੰਗ ਆਪਰੇਸ਼ਨ ਲਈ ਬੈਂਸ ਕੰਜ਼ਰਵੇਟਿਵ ਪਾਰਟੀ ਦੀ ਸਾਬਕਾ ਲਾਅਮੇਕਰ ਲੀਜ਼ਾ ਰਾਈਟ ਦੇ ਨਾਲ ਕੰਮ ਕਰਨਗੇ। ਬੈਂਕ ਨੇ ਰਾਈਟ ਨੂੰ, ਜਿਨ੍ਹਾਂ ਨੇ ਸਟੀਫਨ ਹਾਰਪਰ ਦੀ ਸਰਕਾਰ ਵੇਲੇ ਕੈਬਨਿਟ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਸੀ, 2020 ਜਨਵਰੀ ਵਿੱਚ ਆਪਣੇ ਨਾਲ ਜੋੜਿਆ ਸੀ। ਉਹਨਾਂ ਨੂੰ ਪਿਛਲੀਆਂ ਚੋਣਾਂ ਦੇ ਵਿੱਚ ਇਸ ਤੋਂ ਪਹਿਲਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। CIBC ਨੇ ਇਹ ਵੀ ਕਿਹਾ ਕਿ ਰਾਜਨੀਤੀ ਵਿੱਚ ਜਾਣ ਤੋਂ ਪਹਿਲਾਂ ਬੈਂਸ ਫਾਈਨੈਂਸ਼ੀਅਲ ਐਨਾਲਿਸਟ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ, ਜੋ ਕਿ ਹੁਣ ਉਹਨਾਂ ਦੇ ਬੈਂਕ ਦੇ ਕੰਮ ਆਉਣਗੀਆਂ। ਬਿਊਰੋ ਰਿਪੋਰਟ, ਹਮਦਰਦ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।